डियर स्टूडेंट, अज का सारा जिहड़ा आर्टिकल है द फोर्स बिटवीन टू इनफाइनाइटली लॉन्ग पैरेलल करंट कैरिंग कंडक्टर्स। की मतलब मान लो कि साडे कोल दो कंडक्टर्स ने जिन्हां दी लेंथ इनफाइनाइट है, बहुत लंबी। दोनों कंडक्टर दे विच जिहड़ा है करंट सेम डायरैक्शन दे विच फ्लो कर रहा है। जिस तरह मान लो कि पहला कंडक्टर है ए बी, इनफाइनाइट लेंथ, करंट इज फ्लोइंग I1 इन द डायरेक्शन फ्रॉम ए टू बी। तो सैकंड जिहड़ा कंडक्टर है ओहदा नाम मान लो भी सी डी, ਉਹਦੇ ਵਿੱਚੋਂ ਜਿਹੜਾ ਕਰੰਟ ਫਲੋ ਕਰ ਰਿਹਾ ਸਾਡੇ ਕੋਲ ਕਿੰਨਾ ਹੈਗਾ I2। ਤੇ ਇਹਨਾਂ ਦੋਨਾਂ ਕੰਡਕਟਰਸ ਨੂੰ ਮੈਂ ਇੱਕ ਦੂਸਰੇ ਦੇ ਪੈਰਲਲ ਜਿਹੜਾ ਮੈਂ ਰੱਖ ਦਿੱਤਾ ਤੇ ਇਹਨਾਂ ਵਿੱਚ ਜਿਹੜਾ ਡਿਸਟੈਂਸ ਕਿੰਨਾ ਹੈ ਮੰਨ ਲਓ R। ਹੋਇਆ ਕਿ ਜਦੋਂ ਇਹਨਾਂ ਨੂੰ ਇੱਕ ਦੂਸਰੇ ਦੇ ਪੈਰਲਲ ਰੱਖਿਆ, ਦੋਨਾਂ ਵਿੱਚ ਕਰੰਟ ਵੀ ਫਲੋ ਕਰ ਰਿਹਾ ਸੇਮ ਡਾਇਰੈਕਸ਼ਨ 'ਚ, ਤੇ ਹੋਇਆ ਕਿ ਅਸੀਂ ਦੇਖਿਆ these two wires get attracted towards each other। दोनों वायर्स जड़ियां ने एक दूसरे वाल जड़ियां अट्रैक्ट हो गई। कहने का मतलब दोनों वायर्स ने एक दूसरे दे ऊपर जड़ी है वो लगा दी फोर्स। केड़ी फोर्स? फोर्स ऑफ अट्रैक्शन, जिहदे करके जड़ियां उन्हां विच जड़ी है वो आपस विच जड़ियां वो जुड़ गई। ते जे मैं करंट ऑपोजिट डायरेक्शन च पास करदा, करंट मान लो I1 ऊपर नूं है ते I2 नीचे नूं है, ते होया कि दे रिपेल ईच अदर। कहने का मतलब जदों भी करंट कैरिंग वायर्स दो होन, दोनों नूं एक दूसरे दे पैरलल रख दिता जावे, जां ते वो अट्रैक्ट करदियां ने ते जां वो एक दूसरे नूं रिपेल करदियां ने। कहने का मतलब वो दोनों वायर्स जड़ियां ने एक दूसरे दे उपर जड़ियां ने फोर्स एक्ट करदियां ने। ते ओहियो फोर्स जिहड़ा है असीं अज दे आर्टिकल दे विच फाइंड आउट करन जा रहे हां। नाउ क्वेश्चन अराइजेस कि वो फोर्स आ कित्थों गई। पहला तो असीं इहदे बारे स्टडी करिए कि फोर्स आ कित्थों गई, उस तो बाद असीं जिहड़ा है पूरा सिस्टमैटिक जिहड़ा असीं आर्टिकल जिहड़ा आपां ड्राइव करांगे। नाउ लिसन केयरफुली। पहली वायर ए बी, ਇਹਦੇ ਵਿੱਚ करंट कितना है I1। ਤੇ ਸਾਨੂੰ पता है कि करंट कैरिंग वायर हमेशा की प्रोड्यूस करती है? मैग्नेटिक फील्ड। ਜਦੋਂ ਵੀ करंट कैरिंग वायर होएगी ਉਹਨੇ ਆਪਣੇ ਅਰਾਊਂਡ मैग्नेटिक फील्ड पैदा करना है। ਇਹਦਾ मतलब ਜਿਹੜੀ वायर AB है ਇਹਨੇ ਆਪਣਾ मैग्नेटिक फील्ड क्रिएट ਕੀਤਾ। उस मैग्नेटिक फील्ड ਦਾ ਨਾਮ ਜਿਹੜਾ है मैं रख ਦਿੱਤਾ B1। करंट I1 ਸੀ, ਇਹਦਾ मैग्नेटिक फील्ड ਦਾ ਨਾਮ ਅਸੀਂ ਰੱਖ ਦਿੱਤਾ B1। नाउ इस मैग्नेटिक फील्ड ਦੀ ਜਿਹੜੀ है ਉਹ वैल्यू होएगी किन्नी? ਅਸੀਂ ਪਿੱਛੇ ਆਰਟੀਕਲ ਪੜਿਆ ਸੀ ਸਟ੍ਰੇਟ ਵਾਇਰ ਵਾਲਾ, ਇਨਫਾਈਨਾਈਟ ਲੈਂਥ। ਇਸ ਮੈਗਨੈਟਿਕ ਫੀਲਡ ਦੀ ਜਿਹੜੀ ਵੈਲਿਊ ਆਏਗੀ ਇਟ ਵਿਲ ਬੀ ਇਕੁਅਲ ਟੂ μ ਨॉट I ਓਵਰ 2 ਪਾਈ R। ਇਹਨੇ ਆਪਣਾ ਜਿਹੜਾ ਹੈ ਮੈਗਨੈਟਿਕ ਫੀਲਡ ਪ੍ਰੋਡਿਊਸ ਕੀਤਾ, ਉਹਦਾ ਨਾਮ ਕਿਹਨਾਂ ਰੱਖ ਦਿੱਤਾ B1। ਤੇ ਇਹ ਮੈਗਨੈਟਿਕ ਫੀਲਡ ਮੈਂ R ਡਿਸਟੈਂਸ ਦੂਰ, ਇਹ ਪੁਆਇੰਟ ਹੈਗਾ ਸਾਡਾ Q, ਇੱਥੇ ਨਿਕਾਲਿਆ ਤੇ ਸਾਡੀ ਜਿਹੜੀ ਵੈਲਿਊ ਆਈ μ ਨॉट I ਓਵਰ 2 ਪਾਈ R। ਇਹ ਆਰਟੀਕਲ ਬੇਟਾ ਪਿੱਛੇ ਅਸੀਂ ਪ੍ਰੂਵ ਕਰ ਚੁੱਕੇ ਹਾਂ। ਪਹਿਲਾਂ ਤੁਸੀਂ ਉਸ ਆਰਟੀਕਲ ਦਾ ਜਿਹੜਾ ਇਹ ਰਿਜ਼ਲਟ ਤੁਸੀਂ ਨੋਟ ਕਰਨਾ ਹੈ। ਨਾਓ ਵਾਟ ਵਿਲ ਹੈਪਨ? ਇਹਨੇ ਆਪਣੇ ਆਲੇ ਦੁਆਲੇ ਮੈਗਨੈਟਿਕ ਫੀਲਡ ਪ੍ਰੋਡਿਊਸ ਕੀਤਾ। ਇਹਦੇ ਮੈਗਨੈਟਿਕ ਫੀਲਡ ਦੇ ਅੰਦਰ ਦੂਸਰੀ ਵਾਇਰ ਸਾਡੀ ਆ ਗਈ, ਕਿਹੜੀ? CD। ਇਹ ਦੋਨੋਂ ਵਾਇਰਸ ਇਸ ਤਰ੍ਹਾਂ ਪਈਆਂ ਪੈਰਲਲ। ਮੰਨ ਲਓ ਇਹ ਸਾਡੀ ਪਹਿਲੀ ਵਾਇਰ ਹੈ। ਇਹਨੇ ਜਦੋਂ ਆਪਣੇ ਆਲੇ ਦੁਆਲੇ ਮੈਗਨੈਟਿਕ ਫੀਲਡ ਪ੍ਰੋਡਿਊਸ ਕੀਤਾ, ਮੈਗਨੈਟਿਕ ਫੀਲਡ ਇਹਦਾ ਹੈ I1 ਦਾ, ਤੇ ਇਹਦੇ ਮੈਗਨੈਟਿਕ ਫੀਲਡ ਦੇ ਵਿੱਚ ਜਿਹੜੀ ਹੈ ਉਹ ਦੂਸਰੀ ਵਾਇਰ ਖੜੀ ਹੈ, ਕਿਹੜੀ ਹੈਗੀ ਸਾਡੇ ਕੋਲ CD। ਇਹਦਾ ਮਤਲਬ ਕਹਿ ਸਕਦੇ ਹਾਂ ਕਿ ਆਹ ਜਿਹੜੀ ਵਾਇਰ ਹੈ ਇਟ ਇਜ਼ ਅੰਡਰ ਦਾ ਮੈਗਨੈਟਿਕ ਫੀਲਡ। ਇਸ ਵਾਇਰ ਵਿੱਚ ਕਰੰਟ ਵੀ ਹੈ, ਤੇ ਜੇ ਵਾਇਰ ਵਿੱਚ ਕਰੰਟ ਹੈ ਤੇ ਇਹਦੇ ਉੱਤੇ ਮੈਗਨੈਟਿਕ ਫੀਲਡ ਇਸ ਵਾਇਰ ਨੇ ਪੈਦਾ ਕੀਤਾ। ਤੇ ਅਸੀਂ ਪਿਛਲਾ ਆਰਟੀਕਲ ਜਿਹੜਾ ਲਾਸਟ ਲੈਕਚਰ 'ਚ ਆਪਾਂ ਡਿਸਕਸ ਕੀਤਾ ਕਿ ਕਰੰਟ ਕੈਰਿੰਗ ਵਾਇਰ ਨੂੰ ਮੈਗਨੈਟਿਕ ਫੀਲਡ ਵਿੱਚ ਰੱਖੋਗੇ ਤੇ ਇਹਦੇ ਉੱਪਰ ਕੀ ਐਕਟ ਕਰੇਗੀ? ਫੋਰਸ। ਉਹ ਆਪਾਂ ਫੋਰਸ ਦਾ ਫਾਰਮੂਲਾ ਪਿੱਛੇ ਅਸੀਂ ਪੜਿਆ ਸੀ ਕਿ ILB, ਇਹ ਵਾਲਾ ਜਿਹੜਾ ਫਾਰਮੂਲਾ ਸੀ ਮੈਕਸਿਮਮ ਫੋਰਸ
ILB लास्ट आर्टिकल वाला। फिर सुनो, मैग्नेटिक फील्ड AB ਦਾ, ਇਹਦੇ मैग्नेटिक फील्ड ਵਿੱਚ ਕਿਹੜੀ ਵਾਇਰ ਹੈਗੀ ਆ CD, ਤੇ ਇਹਦੇ ਉੱਪਰ ਕੀ ਲੱਗੇਗੀ फोर्स। सिमिलरली ਇਹਦਾ ਵੀ ਆਪਣਾ मैग्नेटिक फील्ड ਹੋਏਗਾ, ਕਿਹੜੀ ਵਾਇਰ ਦਾ CD ਦਾ, ਕਿਉਂਕਿ ਇਹ 'ਚ ਵੀ ਕਰੰਟ ਹੈਗਾ I2। ਜਦੋਂ ਇਹਨੇ ਆਪਣਾ मैग्नेटिक फील्ड ਪੈਦਾ ਕਰਨਾ ਹੈ, ਇਹਦੇ मैग्नेटिक फील्ड ਵਿੱਚ ਕਿਹੜੀ ਆ ਗਈ ਵਾਇਰ, ਇਹ ਆ ਗਈ ਸਾਡੇ ਕੋਲ AB ਵਾਇਰ। ਇਹਦਾ ਮਤਲਬ ਇਹਦੇ ਉੱਪਰ ਵੀ ਜਿਹੜੀ ਹੈ ਸਾਡੇ ਕੋਲ ਫੋਰਸ ਲੱਗੇਗੀ, ਕਿਉਂਕਿ ਦੋ ਮੈਗਨੈਟਿਕ ਫੀਲਡ ਜਦੋਂ ਆਪਸ ਵਿੱਚ ਇੰਟਰੈਕਟ ਕਰਦੇ ਨੇ ਤੇ ਇੱਕ ਦੂਸਰੇ ਕਰਕੇ ਜਿਹੜਾ ਇੱਕ ਦੂਜੇ ਉੱਪਰ ਫੋਰਸ ਐਕਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਜਾਂ ਤੇ ਇਹ ਰਿਪੈਲ ਕਰਨਗੇ ਤੇ ਜਾਂ ਜਿਹੜੇ ਨੇ ਇਹ ਇੱਕ ਦੂਸਰੇ ਨੂੰ ਜਿਹੜਾ ਹੈ ਉਹ ਅਟਰੈਕਟ ਕਰਨਗੇ। ਨਾਓ ਕਮ ਟੂ ਦਾ ਮੇਨ ਆਰਟੀਕਲ। ਨਾਓ ਮੈਗਨੈਟਿਕ ਫੀਲਡ AB ਦਾ ਅਸੀਂ ਕਿਹੜੇ ਪੁਆਇੰਟ ਤੇ ਨਿਕਾਲਣ ਜਾ ਰਹੇ ਹਾਂ, Q ਤੇ ਉਸ ਮੈਗਨੈਟਿਕ ਫੀਲਡ ਦੀ ਜਿਹੜੀ ਉਹ ਵੈਲਿਊ ਹੈ ਉਹਦਾ ਨਾਮ ਅਸੀਂ ਰੱਖ ਦਿੱਤਾ B1। ਇਹ ਪੁਆਇੰਟ, ਆਹ ਵਾਲੀ ਵਾਇਰ ਦਾ ਮੈਗਨੈਟਿਕ ਫੀਲਡ Q ਪੁਆਇੰਟ ਉੱਪਰ ਨਿਕਾਲ ਰਹੇ ਹਾਂ। ਨਾਓ ਮੈਗਨੈਟਿਕ ਫੀਲਡ ਕਿੰਨਾ ਇਹਦਾ B1, ਕਿਉਂ, ਕਿਉਂਕਿ ਕਰੰਟ I1 ਦਾ ਮੈਗਨੈਟਿਕ ਫੀਲਡ ਆ ਉਹਦਾ, ਇਸ ਕਰਕੇ B1। ਨਾਓ ਇਹਦਾ ਮੈਗਨੈਟਿਕ ਫੀਲਡ ਅਸੀਂ P ਪੁਆਇੰਟ ਤੇ ਨਿਕਾਲਣਾ ਹੈ ਤੇ ਇਸ ਦੇ ਮੈਗਨੈਟਿਕ ਫੀਲਡ ਦਾ ਅਸੀਂ ਨਾਮ ਰੱਖ ਦਿੱਤਾ B2। मैग्नेटिक फील्ड का नाम ਅਸੀਂ ਕਿੰਨਾ ਰੱਖ ਦਿੱਤਾ B2। ਕਿਉਂ ਰੱਖਿਆ, ਕਿਉਂਕਿ ਕਰੰਟ I2 ਕਰਕੇ ਜਿਹੜਾ ਮੈਗਨੈਟਿਕ ਫੀਲਡ ਆਇਆ, ਇਹਦਾ ਮੈਗਨੈਟਿਕ ਫੀਲਡ ਇੱਥੇ ਨਿਕਾਲਣਾ ਹੈ, ਇਹਦਾ ਮੈਗਨੈਟਿਕ ਫੀਲਡ ਅਸੀਂ ਇੱਥੇ ਨਿਕਾਲਾਂਗੇ। ਨਾਓ ਇੱਥੇ ਮੈਗਨੈਟਿਕ ਫੀਲਡ ਦੀ ਅਸੀਂ ਡਾਇਰੈਕਸ਼ਨ ਦੇਖਦੇ ਹਾਂ। ਨਾਓ ਬਾਇਓਟ-ਸੇਵਰਟਸ ਲਾਅ ਅਸੀਂ ਜਦੋਂ ਅਪਲਾਈ ਕੀਤਾ ਸੀ, ਰਾਈਟ ਹੈਂਡ ਰੂਲ ਦੇ ਅਕੋਰਡਿੰਗ ਜਿੱਧਰ ਨੂੰ ਕਰੰਟ ਜਾ ਰਿਹਾ ਉਧਰ ਨੂੰ ਫਿੰਗਰ ਰੱਖੋ, ਜਿੱਧਰ ਨੂੰ ਸਾਡਾ ਆਬਜ਼ਰਵੇਸ਼ਨ ਪੁਆਇੰਟ ਹੈ ਉਧਰ ਨੂੰ ਮੂਵ ਕਰਨਾ ਹੈ। ਨਾਓ ਇਹਦਾ ਆਬਜ਼ਰਵੇਸ਼ਨ ਪੁਆਇੰਟ Q ਹੈ, ਕਿਉਂਕਿ ਵਾਇਰ ਹੈਗੀ ਹੈ AB, ਇਹਦਾ ਮੈਗਨੈਟਿਕ ਫੀਲਡ ਮੈਂ Q ਪੁਆਇੰਟ ਤੇ ਨਿਕਾਲ ਰਿਹਾ। ਇਹਦਾ ਮਤਲਬ ਫਿੰਗਰ ਇਸ ਤਰ੍ਹਾਂ ਇਹਨੇ ਰੱਖਾਂਗੇ, ਅਸੀਂ ਇਸ ਤਰ੍ਹਾਂ ਰੱਖਾਂਗੇ ਤੇ ਜਦੋਂ ਇਧਰ ਨੂੰ ਕਲ ਕਰਾਂਗੇ ਮੈਗਨੈਟਿਕ ਫੀਲਡ ਕਿੱਧਰ ਆਇਆ, ਦੇਖੋ ਥੰਬ ਦੇ ਅਕੋਰਡਿੰਗ ਪਰਪੈਂਡੀਕੂਲਰ ਇਨਵਰਡ। ਤੇ ਜੇ ਮੇਰਾ ਆਬਜ਼ਰਵੇਸ਼ਨ ਪੁਆਇੰਟ ਇੱਧਰ ਹੁੰਦਾ ਫਿਰ ਅਸੀਂ ਇਸ ਤਰ੍ਹਾਂ ਕਰਲ ਕਰਦੇ ਤਾਂ ਮੈਗਨੈਟਿਕ ਫੀਲਡ ਇਸ ਡਾਇਰੈਕਸ਼ਨ ਚ ਆਏਗਾ। ਨਾਓ ਮੈਗਨੈਟਿਕ ਫੀਲਡ ਨੂੰ ਅਸੀਂ ਕ੍ਰਾਸ ਦੇ ਨਾਲ ਅਸੀਂ ਜਿਹੜਾ ਇਹਨੂੰ ਆਪਾਂ ਸ਼ੋ ਕਰ ਦਿੱਤਾ ਹੈ ਕਿ ਮੈਗਨੈਟਿਕ ਫੀਲਡ ਜਿਹੜਾ ਹੈ ਪਰਪੈਂਡੀਕੂਲਰ ਇਨਵਰਡ ਹੈ। ਫਿਰ ਦੇਖੋ ਜਿੱਧਰ ਨੂੰ ਕਰੰਟ ਉਧਰ ਨੂੰ ਫਿੰਗਰ, ਘੁਮਾਣਾ ਕਿੱਧਰ ਨੂੰ ਹੈ, ਜਿੱਧਰ ਨੂੰ ਆਬਜ਼ਰਵੇਸ਼ਨ ਪੁਆਇੰਟ। ਅਸੀਂ ਇਸ ਤਰ੍ਹਾਂ ਰੱਖਾਂਗੇ ਹੱਥ ਤੇ ਕਰਲ ਕਰੋ ਆਬਜ਼ਰਵੇਸ਼ਨ ਪੁਆਇੰਟ ਵੱਲ, ਇਸ ਤਰ੍ਹਾਂ ਕਰਲ ਕਰਾਂਗੇ ਤੇ ਥੰਬ ਜਿਹੜਾ ਹੈ ਸਾਨੂੰ ਡਾਇਰੈਕਸ਼ਨ ਦੱਸੇਗਾ ਮੈਗਨੈਟਿਕ ਫੀਲਡ ਦੀ। ਨਾਓ ਜੇ ਇਹਦੇ ਮੈਗਨੈਟਿਕ ਫੀਲਡ ਦੀ ਗੱਲ ਕਰੀਏ ਜਿਹਨੂੰ ਅਸੀਂ ਨਾਮ ਪਾਇਆ B2, ਕਰੰਟ ਉੱਪਰ ਨੂੰ, ਫਿੰਗਰ ਇਸ ਤਰ੍ਹਾਂ ਹੋਣਗੀਆਂ ਤੇ ਆਬਜ਼ਰਵੇਸ਼ਨ ਪੁਆਇੰਟ ਮੇਰਾ ਇੱਧਰ ਹੀ ਹੈ। ਨਾਓ ਆਈ ਵਿਲ ਕਰਲ ਲਾਈਕ ਦਿਸ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਆਏਗੀ ਪਰਪੈਂਡੀਕੂਲਰ ਆਊਟਵਰਡ ਤੇ ਇਹਨੂੰ ਅਸੀਂ ਸ਼ੋ ਕਰਾਂਗੇ ਡਾਟ ਪਾ ਕੇ, ਇਹਦੇ ਉੱਪਰ ਜਿਹੜਾ ਆ ਜਾਏਗਾ ਸਾਡੇ ਕੋਲ ਇੱਕ ਸਰਕਲ ਦਾ ਨਿਸ਼ਾਨ ਪਾ ਦਾਂਗੇ। ਇਹ ਪਰਪੈਂਡੀਕੂਲਰ ਆਊਟਵਰਡ ਐਂਡ ਦਿਸ ਮੈਗਨੈਟਿਕ ਫੀਲਡ ਇਜ਼ ਪਰਪੈਂਡੀਕੂਲਰ ਇਨਵਰਡ। Now, what will happen? इस वायर ऊपर AB ऊपर फोर्स एक्ट करेगी, वो फोर्स किथों आ गई, फ्लेमिंग लेफ्ट हैंड रूल के अकॉर्डिंग। पिछे मैं समझाया, देखो फ्लेमिंग लेफ्ट हैंड रूल, फर्स्ट फिंगर मैग्नेटिक फील्ड वाले पासे, मैग्नेटिक फील्ड इज लॉन्ग दिस साइड, ਅਸੀਂ ਇੱਧਰ ਰੱਖ ਲਈ। ਆ ਜਿਹੜੀ ਫਿੰਗਰ ਹੈ ਕਰੰਟ ਵਾਲੇ ਪਾਸੇ ਤੇ ਕਰੰਟ ਕਿੱਧਰ ਹੈ ਸਾਡਾ ਉੱਪਰ ਨੂੰ, ਆ ਫਿੰਗਰ ਉੱਪਰ ਤੇ ਆ ਜਿਹੜੀ ਸਾਡੀ ਫਿੰਗਰ ਹੈ ਬਿਲਕੁਲ ਮੈਗਨੈਟਿਕ ਫੀਲਡ ਪਰਪੈਂਡੀਕੂਲਰ ਆਊਟਵਰਡ, ਇਹ ਫਿੰਗਰ ਉੱਪਰ ਤੇ ਥੰਬ ਮੇਰਾ ਇੱਧਰ ਨੂੰ ਗਿਆ। ਇਹਦਾ ਮਤਲਬ ਹੈ ਕਿ ਇਸ ਵਾਇਰ ਉੱਪਰ ਇਸ ਡਾਇਰੈਕਸ਼ਨ ਦੇ ਵਿੱਚ ਕੀ ਲੱਗੇਗੀ ਫੋਰਸ। ਇਸ ਫੋਰਸ ਦਾ ਜਿਹੜਾ ਨਾਮ ਹੈ ਅਸੀਂ ਪਾਤਾ I1। ਇਹ ਕਰੰਟ ਜਿਹੜੀ ਹੈ I1 ਵਾਲੀ ਫੋਰਸ ਦਾ ਨਾਮ ਪਾਤਾ F1। ਨਾਓ ਜੇ ਇਹਦੀ ਗੱਲ ਕਰੀਏ मैग्नेटिक फील्ड किधर है इनवर्ट, लेफ्ट हैंड ही लेना है, मैग्नेटिक फील्ड इनवर्ट, करंट इज इन द डायरेक्शन C to D अपवर्ड, करंट ऊपर आ रहा है ते ਜਿਹੜੀ ਫਿੰਗਰ ਹੈ ਮੈਗਨੈਟਿਕ ਫੀਲਡ ਵਾਲੇ ਪਾਸੇ ਤੇ ਥੰਬ ਦੇਖੋ ਮੇਰਾ ਇੱਧਰ ਨੂੰ ਆ ਗਿਆ। ਕਹਿਣ ਦਾ ਮਤਲਬ ਇੱਧਰ ਨੂੰ ਜਿਹੜੀ ਹੈ ਸਾਡੀ ਫੋਰਸ ਐਕਟ ਕਰੇਗੀ, ਇਹਨੂੰ ਅਸੀਂ ਬੋਲਦਾ F2, I2 ਕਰਕੇ F2 ਬੋਲਦਾ। ਇੱਕ ਫੋਰਸ ਇੱਧਰ ਨੂੰ, ਦੂਜੀ ਫੋਰਸ ਇੱਧਰ ਨੂੰ,
ਇਹਦਾ ਮਤਲਬ ਹੈ ਕਿ ਦੋਨੋਂ ਵਾਇਰਸ ਜਿਹੜੀਆਂ ਇਸ ਤਰ੍ਹਾਂ ਮੂਵ ਕਰਨਗੀਆਂ। ਕਹਿਣ ਦਾ ਮਤਲਬ ਦੇ ਵਿਲ ਅਟਰੈਕਟ ਈਚ ਅਦਰ। ਇਟ ਮੀਨਸ ਕਿ ਤੁਹਾਨੂੰ ਅੱਜ ਕਲੀਅਰ ਹੋ ਗਿਆ ਕਿ ਦੋ ਕਰੰਟ ਕੈਰਿੰਗ ਵਾਇਰਸ ਜਦੋਂ ਇੱਕ ਦੂਜੇ ਦੇ ਪੈਰਲਲ ਰੱਖ ਦਿੰਦੇ ਆ ਤੇ ਉਹ ਇੱਕਦਮ ਆਪਸ ਵਿੱਚ ਅਟਰੈਕਟ ਕਿਉਂ ਕਰ ਜਾਂਦੀਆਂ ਨੇ? ਕਿਉਂਕਿ ਦੋਨੋਂ ਵਾਇਰਸ ਆਪਣੇ ਅਰਾਊਂਡ ਮੈਗਨੈਟਿਕ ਫੀਲਡ ਪੈਦਾ ਕਰਦੀਆਂ ਨੇ ਤੇ ਇੱਕ ਵਾਇਰ ਦਾ ਮੈਗਨੈਟਿਕ ਫੀਲਡ ਹੋਏਗਾ ਤੇ ਦੂਜੀ ਵਾਇਰ ਉਹਦੇ ਮੈਗਨੈਟਿਕ ਫੀਲਡ ਦੇ ਅੰਡਰ ਆ ਗਈ ਤੇ ਉਹਦੇ ਕਰਕੇ ਉਹਦੇ ਉੱਪਰ ਜਿਹੜਾ ਹੈ ਲੋਰੈਂਜ ਫੋਰਸ ਜਿਹੜੀ ਹੈ ਉਹ ਐਕਟ ਕਰਦੀ ਹੈ। ਨਾਓ ਕਮ ਟੂ ਦਾ ਆਰਟੀਕਲ ਹਾਊ ਟੂ ਫਾਈਂਡ ਆਊਟ ਦਿਸ force between these. Now let ਇੱਥੇ ਸਾਡਾ ਆ ਜਾਏਗਾ ਸੋਲੂਸ਼ਨ। let I1 and I2 be the current flowing in AB and CD wire of infinitely long। ਇਹਨਾਂ ਦੀ ਜਿਹੜੀ ਹੈ ਲੈਂਥ ਕਿੰਨੀ ਹੈ? ਵਾਇਰ ਆਫ CD ਵਾਇਰ ਆਫ ਲੈਂਥ ਇਨਫਾਈਨਾਈਟ, ਇੰਜ ਲਿਖ ਲੈਂਦੇ ਆ ਆਫ ਲੈਂਥ ਇਨਫਾਈਨਾਈਟ। ਇਹਨਾਂ ਦੀ ਜਿਹੜੀ ਲੈਂਥ ਹੈ ਇਨਫਾਈਨਾਈਟ ਹੈ ਜਾਂ ਤੁਸੀਂ ਇਨਫਾਈਨਾਈਟ ਲੈਂਥ ਵੀ ਲਿਖ ਸਕਦੇ ਹੋ। ਇਹਨਾਂ ਵਿੱਚ ਕਰੰਟ ਕਿੰਨਾ ਫਲੋ ਕਰ ਰਿਹਾ? I1 I2 which are placed parallel to each other at a distance R। ਇੱਕ ਦੂਸਰੇ ਦੇ ਪੈਰਲਲ ਪਈਆਂ ਨੇ ਤੇ ਡਿਸਟੈਂਸ ਵਿੱਚ ਕਿੰਨਾ ਹੈਗਾ? R। ਇਹ ਜੋ ਮੈਂ ਡਾਇਗਰਾਮ ਬਣਾਈ ਸੀ ਉਹਨੂੰ ਮੈਂ ਇੱਕ ਥੋੜਾ ਜਿਹਾ ਡਿਸਕ੍ਰਾਈਬ ਕਰਤਾ। ਨਾਓ ਇਸ ਤੋਂ ਬਾਅਦ ਜਿਹੜਾ ਅਸੀਂ ਕੀ ਲਿਖਾਂਗੇ? let B1 ਕੀ ਚੀਜ਼ ਹੈ? ਇਹ ਵਾਲਾ ਜਿਹੜਾ B1 ਕਿਹਦਾ ਮੈਗਨੈਟਿਕ ਫੀਲਡ ਹੈ? AB ਦਾ। let B1 magnetic field of wire AB at point ਕਿਹੜੇ ਪੁਆਇੰਟ ਤੇ ਨਿਕਾਲਿਆ ਸੀ? Q ਪੁਆਇੰਟ ਦੇ ਉੱਤੇ। ਇਹ ਸਾਡਾ ਜਿਹੜਾ ਹੈ ਮੈਗਨੈਟਿਕ ਫੀਲਡ ਆ ਗਿਆ B1 ਤੇ ਇਸ ਮੈਗਨੈਟਿਕ ਫੀਲਡ ਦੀ ਜਿਹੜੀ ਹੈ ਵੈਲਿਊ ਕਿੰਨੀ ਆਏਗੀ? ਸਾਨੂੰ ਪਤਾ ਹੈ ਮਿਊ ਨॉट I over 2 pi r। ਇਹ ਮੈਗਨੈਟਿਕ ਫੀਲਡ ਅਸੀਂ ਪ੍ਰੋਡਿਊਸ ਕੀਤਾ ਲੇਕਿਨ ਕਿਹਦਾ ਮੈਗਨੈਟਿਕ ਫੀਲਡ ਹੈ? AB ਦਾ। ਇਹਦਾ ਮਤਲਬ I ਦੇ ਪੈਰ ਤੇ ਅਸੀਂ ਕੀ ਪਾਵਾਂਗੇ? I1 ਮਿਊ ਨॉट I1 over 2 pi r। ਇਹ ਸਾਡਾ ਜਿਹੜਾ ਹੈ ਮੈਗਨੈਟਿਕ ਫੀਲਡ ਆ ਗਿਆ B1। ਨਾਓ due to this magnetic field, due to this magnetic field, the wire CD ਜਿਹਦੇ ਵਿੱਚ ਕਰੰਟ ਕਿੰਨਾ ਹੈ? wire CD having current I2 will experience force। ਇਹਦੇ ਉੱਪਰ ਜਿਹੜੀ ਹੈ ਉਹ ਫੋਰਸ ਐਕਟ ਕਰੇਗੀ। ਕਿਹੜੀ ਫੋਰਸ ਹੋਏਗੀ? that will be equal to F2। ਇਹਦੇ ਉੱਪਰ ਜਿਹੜੀ ਹੈ ਫੋਰਸ ਲੱਗੇਗੀ ਕਿੰਨੀ ਆਏਗੀ? ਉਹ F2। ਮੈਗਨੈਟਿਕ ਫੀਲਡ AB ਦਾ ਇੱਥੇ ਆ ਗਿਆ ਤੇ ਹੁਣ ਕਰੰਟ ਕੈਰਿੰਗ ਵਾਇਰ ਮੈਗਨੈਟਿਕ ਫੀਲਡ 'ਚ ਹੈ ਤੇ ਉਹਦੇ ਉੱਪਰ ਕੀ ਲੱਗੇਗੀ? ਫੋਰਸ। ਉਸ ਫੋਰਸ ਦਾ ਨਾਮ ਅਸੀਂ ਕੀ ਕਹਤਾ? F2। ਨਾਓ F2 is equal to force कितनी लगेगी? I L B। फॉर्मूला साडा होता है I L B फोर्स का फॉर्मूला। नाउ ए कंडक्टर दी लेंथ कितनी है? कंडक्टर दी लेंथ हैगी है इनफाइनाइट, बहुत लंबा कंडक्टर है। तो जे लेंथ यदि इनफाइनाइट है तो असी इथे इनफिनिटी नहीं भरना। असी की करते हैं फोर्स जस्ट पर यूनिट लेंथ दी असी निकालांगे क्योंकि लेंथ साडी इनफाइनाइट है।
ਤੇ ਅਸੀਂ ਫੋਰਸ ਨਿਕਾਲਾਂਗੇ ਜਸਟ ਫॉर ਯੂਨਿਟ ਲੈਂਥ। ਉਹਦੇ ਵਾਸਤੇ ਕੀ ਆਏਗਾ I into 1 into B। ਤੇ ਇੱਥੇ ਅਸੀਂ ਬ੍ਰੈਕਟ ਦੇ ਵਿੱਚ ਇਹਦੇ ਸਾਹਮਣੇ ਲਿਖਣਾ, ਤੁਸੀਂ ਇੱਥੇ ਬ੍ਰੈਕਟ ਲਿਖਾਂਗੇ ਫੋਰਸ ਪਰ ਯੂਨਿਟ ਲੈਂਥ। ਅਸੀਂ ਫੋਰਸ ਨਿਕਾਲਦੇ ਹਾਂ ਜਸਟ ਪਰ ਯੂਨਿਟ ਲੈਂਥ ਵਾਸਤੇ, ਕਿਉਂਕਿ ਲੈਂਥ ਸਾਡੇ ਕੋਲ ਜਿਹੜੀ ਕਿੰਨੀ ਹੈ ਇਨਫਾਈਨਾਈਟ। ILB, L ਦੀ ਜਗ੍ਹਾ ਤੇ ਅਸੀਂ ਜਿਹੜਾ ਹੈ ਉਹ 1 ਪੁੱਟ ਕਰਤਾ। ਨਾਓ ਦਿਸ ਇਜ਼ ਦਾ ਫੋਰਸ F2। ਇਹ ਫੋਰਸ ਇਹ ਕਿਹਦੇ ਉੱਤੇ ਲੱਗ ਰਹੀ ਹੈ? CD ਉੱਪਰ। ਜੇ CD ਉੱਪਰ ਲੱਗ ਰਹੀ ਹੈ ਤੇ ਕਰੰਟ ਕਿਹੜਾ ਆਏਗਾ? I2, ਕਿਉਂਕਿ ਕਰੰਟ ਲੱਗਣਾ ਹੈ I2, ਕਿਉਂਕਿ ਫੋਰਸ ਹੈਗੀ ਆ CD ਦੀ। ਪਰ ਮੈਗਨੈਟਿਕ ਫੀਲਡ ਕਿਹਦਾ ਹੈ? ਮੈਗਨੈਟਿਕ ਫੀਲਡ ਹੈਗਾ AB ਦਾ। ਮੈਗਨੈਟਿਕ ਫੀਲਡ ਇਹਦਾ ਤੇ ਫੋਰਸ ਇਹਦੇ ਕਰਕੇ ਆਈ। ਇਹਦਾ ਮਤਲਬ ਕਰੰਟ I2 ਤੇ ਮੈਗਨੈਟਿਕ ਫੀਲਡ ਵਾਸਤੇ ਕੀ ਆਏਗਾ ਸਾਡੇ ਕੋਲ? B1, ਜਿਹੜਾ ਅਸੀਂ ਇਹ ਨਿਕਾਲ ਲਿਆ। ਇੱਥੇ ਅਸੀਂ ਵੈਲਿਊ ਪੁੱਟ ਕਰ ਦਾਂਗੇ। ਦਿਸ ਇੰਪਲਾਈ ਸਾਡੇ ਕੋਲ F2 ਦੀ ਵੈਲਿਊ ਆ ਜਾਏਗੀ I2 into mu naught, ਕਿੰਨਾ ਸੀ ਸਾਡੇ ਕੋਲ? I1 divided by ਸਾਡੇ ਕੋਲ ਆ ਜਾਏਗਾ 2 pi r। mu naught I1 over 2 pi r, ਤੇ ਇਹਨੂੰ ਅਸੀਂ I2 ਨੂੰ ਜਿਹੜਾ ਅਸੀਂ ਇੱਥੇ ਲਿਖ ਦਿੰਨੇ ਆ, and we get F2 will be equal to mu naught, ਅੱਗੇ ਆ ਜਾਏਗਾ I1 I2 divided by 2 pi r। ਤੇ ਜੇ ਅਸੀਂ ਇਸ ਨੂੰ ਪੂਰਾ ਕਰ ਦਈਏ, F2 is equal to mu naught 2I1 I2 divided by 4 pi r। mu naught over 4 pi, 2I1 I2 over r। 2 ਨਾਲ ਮਲਟੀਪਲਾਈ ਕਰਤਾ, 2 ਮੈਂ ਨਾਲ ਮਸਲੇ ਡਿਵਾਈਡ ਕਰਤਾ, mu naught over ਕਿੰਨਾ ਬਣ ਗਿਆ ਸਾਡੇ ਕੋਲ? 4 pi। This is the formula for the force experienced by CD wire। ਤੇ ਇਸ ਫੋਰਸ ਦੀ ਡਾਇਰੈਕਸ਼ਨ ਕਿੱਧਰ ਨੂੰ ਹੋਏਗੀ? Now this force डायरेक्शन किधर लिखोगे? टुवार्ड्स, हाँ जी, किधर नु आई डायरेक्शन? टुवार्ड्स AB। ਇਹ ਜਿਹੜੀ ਹੈ ਫੋਰਸ ਆਈ AB ਵਾਲੇ ਪਾਸੇ ਤੁਹਾਡੀ ਫੋਰਸ ਆਈ ਕਿਹਦੇ ਅਕੋਰਡਿੰਗ? ਅਕੋਰਡਿੰਗ ਟੂ ਫਲੇਮਿੰਗਸ ਲੈਫਟ ਹੈਂਡ ਰੂਲ। ਉਹਦੇ ਅਕੋਰਡਿੰਗ ਸਾਡੀ ਜਿਹੜੀ ਹੈ ਇਹ ਫੋਰਸ ਦੀ ਜਿਹੜੀ ਆਪਣੀ ਡਾਇਰੈਕਸ਼ਨ ਇਸ ਪਾਸੇ ਆ ਗਈ। ਇਹ ਮੈਂ ਤੁਹਾਨੂੰ ਸਟਾਰਟਿੰਗ ਤੇ ਸਮਝਾ ਦਿੱਤਾ ਹੈ। ਨਾਓ ਸਿਮਿਲਰਲੀ ਦੂਜਾ ਕੇਸ ਅਸੀਂ ਜੇ ਕਰਦੇ ਹਾਂ, सिमिलरली मैग्नेटिक फील्ड काला करिए हुन? मैग्नेटिक फील्ड ऑफ CD वायर केड़े पॉइंट से निकालना है? एट P। मैग्नेटिक फील्ड ऑफ CD वायर एट पॉइंट P। ओदी जड़ी साडी जड़ी वैल्यू आएगी वो कितनी आएगी साडे कोल? ओदे मैग्नेटिक फील्ड का नाम रखांगे असी किन्ना? B2। ਤੇ ਉਹਦੀ ਵੈਲਿਊ ਆ ਜਾਏਗੀ ਸਾਡੇ ਕੋਲ mu naught I2 divided by 2 pi r। ਇਹਦਾ ਮੈਗਨੈਟਿਕ ਫੀਲਡ ਇੱਥੇ ਨਿਕਾਲਾਂਗੇ, ਡਿਸਟੈਂਸ ਸਾਡਾ ਜਿਹੜਾ ਉਹ ਸੇਮ ਰਹੇਗਾ r। ਨਾਓ ਫੋਰਸ ਕੌਣ ਐਕਸਪੀਰੀਅੰਸ ਕਰੇਗਾ ਹੁਣ? ਫੋਰਸ ਐਕਸਪੀਰੀਅੰਸਡ ਬਾय, ਹਾਂਜੀ, ਫੋਰਸ ਹੁਣ ਐਕਸਪੀਰੀਅੰਸ ਕੌਣ ਕਰੇਗਾ? AB। ਉਹ ਕਿੰਨੀ ਆਏਗੀ? ਉਹਦਾ ਨਾਮ ਅਸੀਂ ਰੱਖ ਦਿੱਤਾ ਹੈ F1। ਇਹਦਾ ਨਾਮ ਰੱਖਤਾ ਸੀ F1, which is given by, therefore F1 ਕਿੰਨਾ ਆਏਗਾ ਸਾਡੇ ਕੋਲ? ਕੀ ਫਾਰਮੂਲਾ ਹੁੰਦਾ ਹੈ? I into 1 into B। ILB, L ਦੀ ਜਗ੍ਹਾ ਤੇ 1 ਕਿਉਂ ਆ ਰਿਹਾ ਹੈ? ਕਿਉਂਕਿ ਅਸੀਂ ਯੂਨਿਟ ਲੈਂਥ ਲੈ ਰਹੇ ਹਾਂ। ਯੂਨਿਟ ਲੈਂਥ ਅਸੀਂ ਕਿਉਂ ਲੈ ਰਹੇ ਹਾਂ? ਕਿਉਂਕਿ ਸਾਡੀ ਜਿਹੜੀ ਵਾਇਰ ਦੀ ਲੈਂਥ ਬਹੁਤ ਲੰਬੀ ਹੈ, ਇਨਫਾਈਨਾਈਟ ਹੈ। ਅਸੀਂ ਸਿਰਫ ਯੂਨਿਟ ਲੈਂਥ ਵਾਸਤੇ ਫੋਰਸ ਨਿਕਾਲ ਰਹੇ ਹਾਂ। ਨਾਓ I ਕਿਹੜਾ ਆਏਗਾ? ਸੋਚੋ, ਇਹ ਫੋਰਸ ਕਿੰਨੇ ਐਕਸਪੀਰੀਅੰਸ ਕੀਤੀ? AB ਨੇ। ਤੇ AB ਵਿੱਚ ਕਰੰਟ ਕਿਹੜਾ ਹੈ? I1। ਤੇ ਇਹਦੇ ਉੱਤੇ ਮੈਗਨੈਟਿਕ ਫੀਲਡ ਕਿੰਨੇ ਪੈਦਾ ਕੀਤਾ? CD ਨੇ। ਤੇ ਉਹਦੇ ਮੈਗਨੈਟਿਕ ਫੀਲਡ ਦਾ ਕੀ ਨਾਮ ਹੈ? ਇੱਥੇ ਆ ਜਾਏਗਾ ਸਾਡੇ ਕੋਲ B2। therefore F1 will be equal to, ਇਹ ਆ ਜਾਏਗਾ I1 into B2 ਦੀ ਵੈਲਿਊ ਆ ਜਾਏਗੀ mu naught I2 divided by 2 pi r। ਤੇ ਇਹਨੂੰ ਅਸੀਂ ਇਕੱਠਾ ਕਰ ਲੈਂਦੇ ਆ। F1 ਇਹ ਆ ਜਾਏਗਾ ਸਾਡੇ ਕੋਲ mu naught over 2 pi ਤੇ ਨਾਲ ਆ ਜਾਏਗਾ I1 I2 divided by r। 2 ਨਾਲ ਇੱਥੇ ਮਲਟੀਪਲਾਈ ਕਰ ਦੋ, 2 ਨਾਲ ਥੱਲੇ ਅਸੀਂ ਡਿਵਾਈਡ ਕਰ ਦਿੰਨੇ ਆ। ਇੱਥੇ ਸਾਡੇ ਕੋਲ 2 ਆ ਜਾਏਗਾ ਤੇ ਇੱਥੇ ਸਾਡੇ ਕੋਲ ਬਣ ਜਾਏਗਾ 4।
this is the formula for force experienced by AB wire ਤੇ ਇਹਦੀ ਡਾਇਰੈਕਸ਼ਨ ਕਿੱਧਰ ਨੂੰ ਆਏਗੀ ਫਲੈਮਿੰਗ ਲੈਫਟ ਹੈਂਡ ਰੂਲ ਦੇ ਅਕੋਰਡਿੰਗ ਟੁਵਾਰਡਸ ਹਾਂਜੀ ਕਿੱਧਰ ਨੂੰ ਆਏਗੀ ਟੁਵਾਰਡਸ CD SCD ਵਾਲੇ ਪਾਸੇ ਉਹ AB ਵਾਲੇ ਪਾਸੇ ਤੇ ਇਹਦਾ ਮਤਲਬ ਦੋਨੋਂ ਵਾਇਰਸ ਜਿਹੜੀਆਂ ਨੇ ਇੱਕ ਦੂਸਰੇ ਨੂੰ ਜਿਹੜੀਆਂ ਨੇ ਅਟਰੈਕਟ ਕਰਨਗੀਆਂ ਜਿਹੜੀ ਮੈਂ ਪਹਿਲੀ ਫੋਰਸ ਨਿਕਾਲੀ ਸੀ F2 ਉਹਦਾ ਫਾਰਮੂਲਾ ਦੇਖੋ ਤੇ ਜਿਹੜੀ ਅਸੀਂ F1 ਨਿਕਾਲੀ ਹੈ ਇਕੁਏਸ਼ਨ ਨੰਬਰ ਉਹਨੂੰ 1 ਪਾ ਲਓ ਹੈ 2 ਹੈ ਦੋਨਾਂ ਦੀ ਜਿਹੜੀ ਵੈਲਿਊ ਹੈ ਉਹ ਸੇਮ ਆਈ ਜਿੰਨੀ ਫੋਰਸ AB ਐਕਸਪੀਰੀਅੰਸ ਕਰੇਗੀ ਓਨੀ ਹੀ ਫੋਰਸ ਸਾਡੀ ਜਿਹੜੀ ਹੈ ਉਹ CD ਐਕਸਪੀਰੀਅੰਸ ਕਰੇਗੀ ਫਰੋਮ 1 ਐਂਡ 2 1 ਇਕੁਏਸ਼ਨ ਤੁਸੀਂ ਉਹਨੂੰ ਪਾ ਲੈਣੀ ਹੈ ਜਿਹੜੀ ਅਸੀਂ F2 ਫੋਰਸ ਨਿਕਾਲੀ ਸੀ ਆ ਵਾਲੀ ਇੱਕ ਨੂੰ ਅਸੀਂ F1 ਬੋਲਦੇ ਇੱਕ ਨੂੰ 2 ਫਰੋਮ 1 ਐਂਡ 2 we get ਦੋਨੋਂ ਹੀ ਇਕੁਅਲ ਨੇ F1 ਇਕੁਅਲ ਟੂ F2 ਜੇ ਦੋਨੋਂ ਹੀ ਇਕੁਅਲ ਹੈ ਤੇ ਅਸੀਂ 1 ਤੇ 2 ਥੱਲੇ ਪਾਉਣ ਦੀ ਜ਼ਰੂਰਤ ਨਹੀਂ ਤੇ ਸਾਡੇ ਕੋਲ ਕੀ ਫਾਰਮੂਲਾ ਆ ਜਾਏਗਾ they are equal to mu naught over 4 pi 2I1 I2 divided by R. This is the final result of the force experienced by the two current carrying wires which are placed parallel to each other. Now ਇਸ ਤੋਂ ਬਾਅਦ ਮੰਨ ਲਓ ਕਿ ਇਸ ਵਾਇਰ ਵਿੱਚ ਕਰੰਟ ਨੀਚੇ ਨੂੰ ਹੈ ਇੱਕ ਦਾ ਕਰੰਟ ਉੱਪਰ ਨੂੰ ਇੱਕ ਦਾ ਕਰੰਟ ਨੀਚੇ ਨੂੰ ਹੈ ਦੋਨਾਂ ਦਾ ਕਰੰਟ ਆਪੋਜ਼ਿਟ ਡਾਇਰੈਕਸ਼ਨ 'ਚ ਹੈ ਇਹਦਾ ਮੈਗਨੈਟਿਕ ਫੀਲਡ ਇੱਥੇ ਤਾਂ ਸੇਮ ਰਹੇਗਾ ਕਿਸ ਤਰ੍ਹਾਂ ਫਾਈਂਡ ਆਊਟ ਕੀਤਾ ਸੀ ਅਸੀਂ ਜਿੱਧਰ ਨੂੰ ਕਰੰਟ ਹੈ ਉਧਰ ਫਿੰਗਰ ਰੱਖੋ ਘੁਮਾਣੀਆਂ ਕਿੱਧਰ ਨੂੰ ਹੈ ਜਿੱਧਰ ਸਾਡਾ ਆਬਜ਼ਰਵੇਸ਼ਨ ਪੁਆਇੰਟ ਅਸੀਂ ਲਾਈਕ ਦਿਸ ਆਬਜ਼ਰਵੇਸ਼ਨ ਪੁਆਇੰਟ ਇੱਥੇ ਹੈ ਸਾਡਾ ਇਹਦਾ ਮੈਗਨੈਟਿਕ ਫੀਲਡ ਇੱਥੇ ਨਿਕਾਲ ਰਹੇ ਹਾਂ ਤੇ ਮੈਗਨੈਟਿਕ ਫੀਲਡ ਕਿੱਧਰ ਆਏਗਾ ਪਰਪੈਂਡੀਕੂਲਰ ਇਨਵਰਟ ਨਾਓ ਇਸ ਕੇਸ ਦੀ ਗੱਲ ਕਰੀਏ ਕਿ ਕਰੰਟ ਹੁਣ ਸਾਡਾ ਨੀਚੇ ਨੂੰ ਆ ਰਿਹਾ ਹੈ ਕਰੰਟ ਇਜ਼ ਇਨ ਦਾ ਡਾਊਨਵਰਡ ਡਾਇਰੈਕਸ਼ਨ ਜੇ ਡਾਊਨਵਰਡ ਹੈ ਕਰੰਟ I2 ਤੇ ਫਿੰਗਰਸ ਅਸੀਂ ਇਸ ਤਰ੍ਹਾਂ ਰੱਖਾਂਗੇ ਜਦੋਂ ਅਸੀਂ ਫਿੰਗਰ ਇਸ ਤਰ੍ਹਾਂ ਰੱਖਾਂਗੇ ਤੇ ਆਬਜ਼ਰਵੇਸ਼ਨ ਪੁਆਇੰਟ ਸਾਡਾ ਆਇਆ ਫਿਰ ਸਾਨੂੰ ਕਿਸ ਤਰ੍ਹਾਂ ਰੱਖਣਾ ਪਏਗਾ ਲਾਈਕ ਦਿਸ ਕਿਉਂਕਿ ਫਿੰਗਰਸ ਨੂੰ ਉਧਰ ਨੂੰ ਘੁਮਾਉਣਾ ਹੈ ਜਿੱਧਰ ਨੂੰ ਸਾਡਾ ਆਬਜ਼ਰਵੇਸ਼ਨ ਪੁਆਇੰਟ ਹੈ ਜਦੋਂ ਅਸੀਂ ਇਹਨੂੰ ਘੁਮਾਉਂਦੇ ਆ ਤੇ ਥੰਬ ਸਾਡਾ ਕਿੱਧਰ ਗਿਆ ਪਰਪੈਂਡੀਕੂਲਰ ਇਨਵਰਟ ਇਹਦਾ ਮਤਲਬ ਇੱਥੇ ਜਿਹੜਾ ਹੈ ਹੁਣ ਡਾਟ ਦੀ ਜਗ੍ਹਾ ਤੇ ਕਿਹੜਾ ਨਿਸ਼ਾਨ ਆਏਗਾ ਕ੍ਰੋਸ ਦਾ ਉਧਰ ਵੀ ਕ੍ਰੋਸ ਫਿਰ ਦੇਖੋ ਲਾਈਕ ਦਿਸ ਫਿੰਗਰ ਉੱਪਰ ਕਿਉਂ ਕਰੰਟ ਉੱਪਰ ਘੁਮਾਇਆ ਉਧਰ ਕਿਉਂ ਕਿਉਂਕਿ ਆਬਜ਼ਰਵੇਸ਼ਨ ਪੁਆਇੰਟ ਫਿੰਗਰ ਨੀਚੇ ਕਿਉਂ ਕਰੰਟ ਡਾਊਨਵਰਡ ਘੁਮਾਇਆ ਜਿਹੜਾ ਇੱਧਰਲੇ ਵਾਲੇ ਪਾਸੇ ਕਿਉਂ ਘੁਮਾ ਰਹੇ ਹਾਂ ਕਿਉਂਕਿ ਆਬਜ਼ਰਵੇਸ਼ਨ ਪੁਆਇੰਟ ਹੈ ਦੋਨਾਂ ਕੇਸਾਂ ਦੇ ਵਿੱਚ ਦੇਖੋ ਥੰਬ ਪਰਪੈਂਡੀਕੂਲਰ ਇਨਵਰਟ ਹੈ ਨਾਓ ਲੌਰੈਂਜ ਫੋਰਸ ਦੇ ਅਕੋਰਡਿੰਗ ਚਲਿਏ ਮੈਗਨੈਟਿਕ ਫੀਲਡ ਦੇਖੋ ਇਨਵਰਟ ਕਰੰਟ ਉੱਪਰ ਨੂੰ ਤੇ ਫੋਰਸ ਕਿੱਧਰ ਨੂੰ ਆਏਗੀ ਮੈਗਨੈਟਿਕ ਫੀਲਡ ਫਸਟ ਫਿੰਗਰ ਮੈਗਨੈਟਿਕ ਫੀਲਡ ਕਰੰਟ ਉੱਪਰ ਨੂੰ ਆ ਗਿਆ ਸੈਂਟਰ ਫਿੰਗਰ ਤੇ ਥੰਬ ਦੇਖੋ ਜਿਹੜਾ ਇਸ ਡਾਇਰੈਕਸ਼ਨ 'ਚ ਆ ਗਿਆ ਇਹਦਾ ਮਤਲਬ ਫੋਰਸ ਜਿਹੜੀ ਹੈ ਹੁਣ ਇਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਐਕਟ ਹੋਏਗੀ F1 ਨਾਓ ਉਹਦੀ ਗੱਲ ਕਰੀਏ ਫਸਟ ਫਿੰਗਰ ਮੈਗਨੈਟਿਕ ਫੀਲਡ ਤੇ ਕਰੰਟ ਡਾਊਨਵਰਡ ਹੈ ਵੀ ਵਿਲ ਪਲੇਸ ਲਾਈਕ ਦਿਸ ਪਹਿਲੀ ਫਿੰਗਰ ਮੈਗਨੈਟਿਕ ਫੀਲਡ 'ਚ ਹੀ ਹੈ ਦੇਖੋ ਮੈਗਨੈਟਿਕ ਫੀਲਡ ਆ ਫਿੰਗਰ ਨੀਚੇ ਨੂੰ ਕੋ ਆ ਗਈ ਕਿਉਂਕਿ ਇਹ ਕਰੰਟ ਵਾਲੇ ਪਾਸੇ ਤੇ ਥੰਬ ਜਿਹੜਾ ਸਾਡਾ ਇਸ ਡਾਇਰੈਕਸ਼ਨ 'ਚ ਜਾ ਰਿਹਾ ਕਹਿਣ ਦਾ ਮਤਲਬ ਹੈ ਫੋਰਸ ਜਿਹੜੀ ਹੈ ਵਿਲ ਬੀ ਅਲੋਂਗ ਦਿਸ ਸਾਈਡ these two forces will now opposite to each other ਤੇ ਜਦੋਂ opposite ਹੋ ਜਾਣਗੀਆਂ ਇਹਦਾ ਮਤਲਬ ਹੈ ਇਹ ਇੱਕ ਦੂਸਰੇ ਨੂੰ ਜਿਹੜਾ ਹੈ ਉਹ ਰਿਪੈਲ ਕਰਨਗੀਆਂ ਪਰ ਇਹਨਾਂ ਦਾ ਜਿਹੜਾ ਹੈ ਮੈਗਨੀਟਿਊਡ ਫਿਰ ਵੀ ਜਿਹੜਾ ਹੈ ਸੇਮ ਹੀ ਆਏਗਾ ਇਟ ਮੀਨਸ ਇਹ ਕਾਪੀ ਦੇ ਉੱਪਰ ਆਪਣਾ ਨੋਟ ਕਰ ਲਓ ਜੇਕਰ ਦੋ ਕੰਡਕਟਰਸ ਨੇ ਪੈਰਲਲ ਨੇ ਜੇ ਤੇ ਕਰੰਟ ਸੇਮ ਡਾਇਰੈਕਸ਼ਨ 'ਚ ਹੈ ਫਿਰ ਕੀ ਹੋਏਗਾ ਉਹ ਆਪਸ ਵਿੱਚ ਅਟਰੈਕਟ ਕਰਨਗੇ ਤੇ ਜੇ ਦੋ ਕੰਡਕਟਰਸ ਨੇ ਉਹਨਾਂ ਵਿੱਚ ਕਰੰਟ ਜਿਹੜਾ ਹੈ ਸਾਡਾ ਆਪੋਜ਼ਿਟ ਡਾਇਰੈਕਸ਼ਨ 'ਚ ਹੈਗਾ ਤੇ ਫਿਰ ਕੀ ਹੋਏਗਾ ਇਹ ਦੋਨੋਂ ਕੰਡਕਟਰ ਇੱਕ ਦੂਸਰੇ ਨੂੰ ਜਿਹੜਾ ਨੇ ਰਿਪੈਲ ਕਰਨਗੇ ਹੁਣ ਇਹ ਬੇਟਾ ਆਰਟੀਕਲ ਤਾਂ ਕਲੀਅਰ ਹੋਣਾ ਅੱਛੇ ਤਰੀਕੇ ਨਾਲ ਜੇਕਰ ਤੁਹਾਨੂੰ ਰਾਈਟ ਹੈਂਡ ਰੂਲ ਤੇ ਫਲੈਮਿੰਗ ਲੈਫਟ ਹੈਂਡ ਰੂਲ ਜਿਹੜਾ ਹੈ ਉਹ ਅਪਲਾਈ ਕਰਨਾ ਆਉਂਦਾ ਹੈ ਜੇ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਲੱਭਣੀ ਹੈ ਤੇ ਰਾਈਟ ਹੈਂਡ ਦੇ ਅਕੋਰਡਿੰਗ ਚੱਲਣਾ ਹੈ
ਤੇ ਜੇ ਫੋਰਸ ਦੀ ਡਾਇਰੈਕਸ਼ਨ ਲੱਭਣੀ ਹੈ ਤੇ ਫਲੈਮਿੰਗ ਲੈਫਟ ਹੈਂਡ ਰੂਲ ਦੇ ਅਕੋਰਡਿੰਗ ਚੱਲਣਾ ਹੈ। ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਪ੍ਰੈਕਟਿਸ ਹੋ ਸਕਦੀ ਹੈ ਬੇਟਾ ਤੁਸੀਂ ਕਰੋ, ਫਿਰ ਸਾਨੂੰ ਇਹ ਆਰਟੀਕਲ ਜਿਹੜਾ ਹੈ ਚੰਗੇ ਤਰੀਕੇ ਨਾਲ ਉਹ ਕਲੀਅਰ ਹੋ ਜਾਏਗਾ। ਨਾਓ ਇਹ ਚੀਜ਼ ਤੁਹਾਨੂੰ ਪਤਾ ਲੱਗ ਗਈ। ਇਸ ਤੋਂ ਬਾਅਦ ਮੰਨ ਲਓ I1 equal to I2 equal to 1। ਮੰਨ ਲਓ ਵੀ I1 ਤੇ I2 ਦੋਨੋਂ ਹੀ ਜਿਹੜੇ ਨੇ 1 ਐਂਪੀਅਰ ਦੇ ਇਕੁਅਲ ਨੇ। ਇਹ ਦੋਨੋਂ ਹੀ 1 ਐਂਪੀਅਰ ਤੇ ਸਾਡਾ ਜਿਹੜਾ R ਹੈ 1 ਮੀਟਰ। ਦੋਨਾਂ ਵਾਇਰ ਵਿੱਚ 1 ਐਂਪੀਅਰ ਕਰੰਟ ਫਲੋ ਕਰ ਰਿਹਾ ਹੈ ਤੇ ਸਾਡੇ ਕੋਲ ਡਿਸਟੈਂਸ ਜਿਹੜਾ ਵਿੱਚ ਕਿੰਨਾ ਹੈਗਾ ਸਾਡੇ ਕੋਲ 1 ਮੀਟਰ। ਦਿਸ ਸਿੰਪਲਾਈ ਇੱਥੇ ਜਦੋਂ ਅਸੀਂ ਵੈਲਿਊ ਭਰਾਂਗੇ ਇਹ ਸਾਰੇ ਦੀ ਵੈਲਿਊ ਸਾਨੂੰ ਪਤਾ ਹੈ 10 ਰੇਜ਼ ਟੂ ਪਾਵਰ -7। ਇਹਦੀ ਜਗ੍ਹਾ ਤੇ 10 ਰੇਜ਼ ਟੂ ਪਾਵਰ -7 ਵੈਲਿਊ into 2 into 1 into 1 divided by 1। ਇੱਥੇ ਤੁਸੀਂ ਐਂਪੀਅਰ ਨਹੀਂ ਵੀ ਪਾਉਣਾ, ਅਸੀਂ I1 equal to I2 equal to 1 ਕਹਿਤਾ। 10 raised to power -7 2 into 1 into 1 over 1। this implies ਸਾਡੇ ਕੋਲ F ਦੀ ਵੈਲਿਊ ਕਿੰਨੀ ਆ ਗਈ 2 into 10 raised to power -7 ਨਿਊਟਨ। ਫੋਰਸ ਦਾ ਕੀ ਯੂਨਿਟ ਹੁੰਦਾ ਹੈ ਨਿਊਟਨ, ਪਰ ਅਸੀਂ ਇਹ ਪਰ ਮੀਟਰ ਪਾਣਾ ਹੈ। ਪਰ ਮੀਟਰ ਕਿਉਂ ਪਾਇਆ? ਕਿਉਂਕਿ ਅਸੀਂ ਜਿਹੜੀ ਹੈ ਲੈਂਥ ਜਿਹੜੀ ਆਪਾਂ ਲੈ ਕੇ ਚੱਲੇ ਸੀ ਉਹ ਲੈਂਥ ਸਾਡੀ ਜਿਹੜੀ ਹੈਗੀ ਸੀ ਉਹ ਲੈਂਥ ਦੀ ਸਾਡੀ ਜਿਹੜੀ ਵੈਲਿਊ ਸੀਗੀ that is equal to ਯੂਨਿਟ ਲੈਂਥ। ਅਸੀਂ ਯੂਨਿਟ ਲੈਂਥ ਵਾਸਤੇ ਲੈ ਰਹੇ ਸੀ, ਇਸ ਕਰਕੇ ਅਸੀਂ ਇੱਥੇ ਜਿਹੜਾ ਪਾਵਾਂਗੇ ਪਰ ਮੀਟਰ। ਨਾਓ I1 I2 equal to 1 ਐਂਪੀਅਰ। ਮੰਨ ਲਓ ਕਿ ਦੋਨਾਂ ਵਿੱਚੋਂ ਕਰੰਟ 1 ਐਂਪੀਅਰ ਫਲੋ ਕਰ ਰਿਹਾ ਤੇ ਸਾਡੀ ਫੋਰਸ ਇੰਨੀ ਆ ਜਾਏਗੀ। ਇਥੋਂ ਅਸੀਂ ਡੈਫੀਨੇਸ਼ਨ ਜਿਹੜੀ ਹੈ 1 ਐਂਪੀਅਰ ਦੀ ਬਣਾ ਸਕਦੇ ਹਾਂ। ਕਿਸ ਤਰ੍ਹਾਂ? 1 ਐਂਪੀਅਰ ਉਹ ਕਰੰਟ ਹੈ, ਫਿਰ ਧਿਆਨ ਨਾਲ ਦੇਖੋ 1 ਐਂਪੀਅਰ ਉਹ ਕਰੰਟ ਹੈ ਜਿਹੜਾ ਦੋ ਪੈਰਲਲ ਵਾਇਰਸ ਜਿਹੜੀਆਂ ਨੇ ਜਿਨ੍ਹਾਂ ਦੀ ਲੈਂਥ ਇਨਫਾਈਨਾਈਟ ਹੈ ਉਹਨਾਂ ਦੇ ਵਿੱਚੋਂ ਫਲੋ ਕਰੇਗਾ, ਜਿਨ੍ਹਾਂ ਨੂੰ ਅਸੀਂ 1 ਮੀਟਰ ਅਪਾਰਟ 1 ਮੀਟਰ ਡਿਸਟੈਂਸ ਦੇ ਉੱਤੇ ਜਿਹੜਾ ਆਪਾਂ ਉਹਨੂੰ ਰੱਖਿਆ ਹੋਇਆ ਹੈ। ਦੈਨ ਉਹ ਦੋਨੋਂ ਵਾਇਰਸ ਇੱਕ ਦੂਸਰੇ ਉੱਪਰ ਕਿੰਨੀ ਫੋਰਸ ਲਗਾਣਗੇ 2 into 10 -7 ਨਿਊਟਨ ਪਰ ਮੀਟਰ। ਇਹਦਾ ਮਤਲਬ ਜੇਕਰ ਦੋ ਵਾਇਰਸ ਜਿਨ੍ਹਾਂ ਦੀ ਲੈਂਥ ਇਨਫਾਈਨਾਈਟ ਉਹਨਾਂ ਵਿੱਚੋਂ ਕਰੰਟ ਫਲੋ ਕਰ ਰਿਹਾ, ਕੋਈ ਵੀ ਮੰਨ ਲਓ ਕਰੰਟ ਫਲੋ ਕਰ ਰਿਹਾ, ਦੋਨਾਂ ਵਾਇਰਸ ਨੂੰ ਮੈਂ 1 ਮੀਟਰ ਅਪਾਰਟ ਤੇ ਰੱਖਿਆ। ਜੇ ਦੋਨੋਂ ਵਾਇਰਸ ਦੇ ਵਿੱਚ ਜਿਹੜੀ ਫੋਰਸ ਇੰਨੀ ਐਕਟ ਹੋ ਜੇ ਪਰ ਮੀਟਰ 2 into 10 -7 then ਉਹ ਜਿਹੜਾ ਕਰੰਟ ਫਲੋ ਹੋ ਰਿਹਾ ਹੈ that current will be 1 ਐਂਪੀਅਰ। ਉਹ ਸਾਡਾ ਜਿਹੜਾ ਕਰੰਟ ਹੋਏਗਾ 1 ਐਂਪੀਅਰ ਹੋਏਗਾ। 1 ਐਂਪੀਅਰ is that much current which will flow through the two parallel conductors of infinite length placed at 1 meter apart in vacuum. Then each wire will experience a force 2 into 10 Newton per unit of the length. Now ਇੱਥੋਂ ਤੱਕ ਤੁਹਾਨੂੰ ਕਲੀਅਰ ਹੋ ਗਿਆ ਕਿ ਇਸੇ ਫਾਰਮੂਲੇ ਤੋਂ ਜਿਹੜੀ ਹੈ 1 ਮੀਟਰ ਦੀ ਜਿਹੜੀ ਹੈ ਉਹ ਡੈਫੀਨੇਸ਼ਨ ਜਿਹੜੀ ਹੈ ਉਹ ਬਣੀ ਸੀਗੀ। ਨਾਓ ਇੱਕ ਛੋਟਾ ਜਿਹਾ ਕੁਐਸਚਨ ਹੈ, ਮੰਨ ਲਓ ਕਿ ਸਾਡੇ ਕੋਲ ਇੱਕ ਸਪਰਿੰਗ ਹੈ। ਜੇ ਸਾਡੇ ਕੋਲ ਇੱਕ ਇਸ ਤਰ੍ਹਾਂ ਦਾ ਮੰਨ ਲਓ ਵੀ ਸਪਰਿੰਗ ਹੈ ਸਪਾਈਰਲ ਸ਼ੇਪ, ਤੇ ਇਸ ਸਪਰਿੰਗ ਦੇ ਨਾਲ ਜਿਹੜਾ ਹੈ ਮੰਨ ਲਓ ਮੈਂ ਇੱਕ ਬੈਟਰੀ ਅਟੈਚ ਕਰ ਦਿੱਤੀ ਤੇ ਕਰੰਟ ਜਿਹੜਾ ਹੈ ਪੋਜ਼ਿਟਿਵ ਟਰਮੀਨਲ ਤੋਂ ਜਿਹੜਾ ਵਿੱਚੋਂ ਸਪਰਿੰਗ ਥਾਣੀ ਪਾਸ ਹੋਏਗਾ। ਜਦੋਂ ਇਹ ਕਰੰਟ ਇਹਦੇ ਵਿੱਚੋਂ ਜਾਏਗਾ ਤੇ ਤੁਸੀਂ ਨੋਟ ਕਰਿਓ ਕਿ ਹਰ ਇੱਕ ਟਰਨ ਦੇ ਵਿੱਚੋਂ ਕਰੰਟ ਦੀ ਡਾਇਰੈਕਸ਼ਨ ਸੇਮ ਆ ਰਹੀ ਹੈ। ਦੇਖੋ ਜੇ ਆ ਕਰੰਟ ਮੰਨ ਲਓ ਕਲੌਕਵਾਈਜ਼ ਹੈ ਲਾਈਕ ਦਿਸ, ਇਸ ਤਰ੍ਹਾਂ ਕਰੰਟ ਫਲੋ ਕਰ ਰਿਹਾ ਹੈ ਤੇ ਨੈਕਸਟ ਵਿੱਚ ਵੀ ਉਹ ਕਲੌਕਵਾਈਜ਼ ਹਰ ਇੱਕ ਟਰਨ ਦੇ ਵਿੱਚੋਂ ਕਰੰਟ ਜਿਹੜਾ ਹੈ ਉਹ ਸੇਮ ਡਾਇਰੈਕਸ਼ਨ 'ਚ ਫਲੋ ਕਰੇਗਾ। ਇਹ ਪਹਿਲੀ ਟਰਨ, ਇਹ ਦੂਸਰੀ ਟਰਨ, ਇਹ ਤੀਸਰੀ, ਹਰ ਇੱਕ ਟਰਨ ਦੇ ਵਿੱਚੋਂ ਕਰੰਟ ਸੇਮ ਡਾਇਰੈਕਸ਼ਨ 'ਚ ਫਲੋ ਕਰ ਗਈਆਂ।
ਤੇ ਹਰ ਟਰਨ ਇੱਕ ਦੂਸਰੇ ਦੇ ਪੈਰਲਲ ਹੈ। ਤੇ ਅਸੀਂ ਹੁਣੇ ਆਪਾਂ ਆਰਟੀਕਲ ਕੀ ਸਟੱਡੀ ਕੀਤਾ ਸੀ ਕਿ ਜੇਕਰ ਦੋ ਕਰੰਟ ਕੈਰਿੰਗ ਵਾਇਰਸ ਹੋਣ, ਦੋਨਾਂ ਦੇ ਵਿੱਚ ਕਰੰਟ ਸੇਮ ਡਾਇਰੈਕਸ਼ਨ 'ਚ ਫਲੋ ਕਰੇ ਤੇ ਉਹ ਆਪਸ ਵਿੱਚ ਅਟਰੈਕਟ ਹੋ ਜਾਂਦੀਆਂ ਨੇ। ਤੇ ਇਹਦਾ ਮਤਲਬ ਜਦੋਂ ਇਸ ਸੋਲੇਨਾਇਡ ਦੇ ਵਿੱਚੋਂ ਇਹ ਜਿਹੜਾ ਸਪਾਈਰਲ ਸ਼ੇਪ ਸਾਡਾ ਜਿਹੜਾ ਕੋਇਲ ਹੈ, ਸਿਲੰਡਰੀਕਲ ਕੋਇਲ ਹੈ, ਇਹਦੇ ਵਿੱਚੋਂ ਕਰੰਟ ਫਲੋ ਕਰੇਗਾ। ਹਰ ਟਰਨ ਦੇ ਵਿੱਚੋਂ ਸੇਮ ਕਰੰਟ ਸੇਮ ਡਾਇਰੈਕਸ਼ਨ ਵਿੱਚ ਕਰੰਟ ਫਲੋ ਹੋਣ ਕਰਕੇ ਹੋਏਗਾ ਕਿ ਇਹ ਸਾਰੀਆਂ ਜਿਹੜੀਆਂ ਵਾਇਰਸ ਨੇ ਇੱਕ ਦੂਸਰੇ ਨੂੰ ਜਿਹੜੀਆਂ ਨੇ ਉਹ ਅਟਰੈਕਟ ਕਰਨਗੀਆਂ ਤੇ ਸਪਰਿੰਗ ਜਿਹੜਾ ਹੈ ਸਾਡਾ ਉਹ ਕੰਟਰੈਕਟ ਹੋ ਜਾਏਗਾ, ਉਹ ਸੁੰਗੜ ਜਾਏਗਾ ਇਸ ਤਰ੍ਹਾਂ। ਤੇ ਜਦੋਂ ਕਰੰਟ ਬੰਦ ਕਰ ਦੋਗੇ ਉਹ ਫਿਰ ਐਕਸਪੈਂਡ ਹੋ ਜਾਏਗਾ। ਇਟ ਮੀਨਸ ਕੁਐਸਚਨ ਕੀ ਹੈ, ਵਾਈ ਡਸ ਦਾ ਸਪਰਿੰਗ ਕੈਰਿੰਗ ਜਿਹੜਾ ਕਰੰਟ ਹੈ ਕੰਟਰੈਕਟ, ਉਹ ਕੰਟਰੈਕਟ ਕਿਉਂ ਹੋ ਜਾਂਦਾ ਹੈ? ਕਿਉਂਕਿ ਹਰ ਟਰਨ ਦੇ ਵਿੱਚੋਂ ਕਰੰਟ ਜਿਹੜਾ ਹੈ ਉਹ ਸੇਮ ਡਾਇਰੈਕਸ਼ਨ 'ਚ ਫਲੋ ਕਰਦਾ ਹੈ ਐਂਡ ਡਿਊ ਟੂ ਅਟਰੈਕਸ਼ਨ, ਠੀਕ ਹੈ, ਆਫ ਦਾ ਡਿਫਰੈਂਟ ਟਰਨਸ ਦਾ ਸਪਰਿੰਗ ਜਿਹੜਾ ਹੈ ਉਹ ਕੰਟਰੈਕਟ ਹੋ ਜਾਂਦਾ ਹੈ। ਆਈ ਥਿੰਕ ਕਿ ਤੁਹਾਨੂੰ ਅੱਜ ਦਾ ਆਰਟੀਕਲ ਜਿਹੜਾ ਹੈ ਕਲੀਅਰ ਹੋ ਗਿਆ। ਪਹਿਲਾ ਆਰਟੀਕਲ ਜਿਹੜਾ ਫੋਰਸ ਵਾਲਾ ਤੇ ਇਹ ਵੀ ਆਰਟੀਕਲ, ਦੋਨੋਂ ਆਰਟੀਕਲ ਜਿਹੜੇ ਨੇ ਦੇ ਆਰ ਵੈਰੀ ਵੈਰੀ ਇੰਪੋਰਟੈਂਟ। ਤੇ ਜਿਹੜਾ ਅਸੀਂ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਅਸੀਂ ਪੜਾਂਗੇ ਉਹ ਹੁਣ ਅਸੀਂ ਟਾਰਕ ਕੈਲਕੂਲੇਟ ਕਰਨੀ ਹੈ, ਟਾਰਕ ਐਕਟਿੰਗ ਔਨ ਏ ਕੋਇਲ। ਅਸੀਂ ਪੜਿਆ ਫੋਰਸ ਐਕਟਿੰਗ ਔਨ ਏ ਵਾਇਰ, ਪਹਿਲਾ ਆਰਟੀਕਲ ਸੀ ਫੋਰਸ ਐਕਟਿੰਗ ਔਨ ਏ ਵਾਇਰ। ਤੇ ਜੇ ਵਾਇਰ ਦੀ ਜਗ੍ਹਾ ਸਾਡੇ ਕੋਲ ਕੋਇਲ ਹੋਏਗਾ ਫਿਰ ਸਾਡੀ ਉੱਥੇ ਜਿਹੜੀ ਹੈ ਟਾਰਕ ਐਕਟਿੰਗ ਔਨ ਦਾ ਕਰੰਟ ਕੈਰਿੰਗ ਕੋਇਲ, ਉਹ ਅਸੀਂ ਨੈਕਸਟ ਜਿਹੜਾ ਆਰਟੀਕਲ 'ਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।